बिस्मिल्लाहिर्रहमानिर्रहीम। अस्सलाम वालेकुम नाज़रीन, मैं हूं आपका मेज़बान मोहम्मद शफ़ीक असलम और आपको आज एक नए सिलसिले में आपको खुशामदीद कह रहा हूं। आज हम एक ऐसे वाक़यात का सिलसिला शुरू करने जा रहे हैं जो कहीं किताबों में नहीं लिखे हुए, जो आपको कहीं और नहीं मिलेंगे। वो सिर्फ़ हमारे बुज़ुर्गों के सीनों में दफन है, जो सीना बे सीना कहानियाँ जो आगे मुंतकिल होती हैं। बिल्कुल इसी तरह से आज हमारे साथ मौजूद हैं मोहम्मद अली साहब, हमारे बुज़ुर्ग हैं और इनकी माशाल्लाह उम्र जो है वो अल्लाह ताला ने इनको अता की है। अभी 92 साल हो चुके हैं, ज़िंदगी का 92 साल का अरसा जो गुजार चुके हैं और अल्लाह ताला इनको मज़ीद सेहत, तंदुरुस्ती और मज़ीद ज़िंदगी अता फ़रमाए इंशाअल्लाह, आमीन। तो इनके साथ हम जो है वो इनके 92 साल के जो तजुर्बात हैं, जो उनको ज़िंदगी में देखा है, सुना है, उन सारे वाक़यात को आहिस्ता आहिस्ता आप तक पहुँचाएँगे इंशाअल्लाह। तो अभी हम स्टार्ट करते हैं। अस्सलाम वालेकुम। वालेकुम सलाम। ਅੱਜ ਤੁਸੀਂ ਸਾਡੇ ਜਿਹੜੇ ਨਾਜ਼ਰੀਨ ਨੇ जी ਉਹਨਾਂ ਨੂੰ ਕਿਹੜੀ ਕੋਈ ਅਕਲ ਦੀ, ਕੋਈ ਮੱਤ ਦੀ ਕਿਹੜੀ ਗੱਲ ਸੁਣਾਓਗੇ? मैं उन्होंने एक सौदागर का वाक़या सुनावांगा इंशाअल्लाह और मैनू दुआ है कि अल्लाह ताला मैनू सही सुनाने की तौफीक वास्ता इंशाअल्लाह। हाँ जी नाउज़ बिल्लाहि मिनश शैतानिर रजीम बिस्मिल्लाहिर रहीम। एक सौदागर है, ਉਹਦੇ 3 लड़के ने, ठीक है। ਤਿੰਨੇ बड़े होशियार ने। सौदागर ਦਾ अपना जिसले आखिरी वक्त आ गया, ਉਹਨੇ ਤਿੰਨਾਂ ਨੂੰ ਬੁਲਾ ਕੇ ਆਪਣੇ ਕੋਲ ਬਿਠਾਇਆ। ਉਹਨਾਂ ਨੂੰ ਕਿਹਾ, ਬੇਟਾ ਮੇਰੇ ਕੋਲ ਸਾਰੀ ਜ਼ਿੰਦਗੀ ਦੀ ਕਮਾਈ ਇਹ ਸਿਰਫ 3 ਲਾਲ ਨੇ, 3 ਲਾਲ ਹੀਰੇ। 3 ਲਾਲ ਹੀਰੇ, ਇਹਨਾਂ ਨੂੰ ਰੱਖ ਲਓ, ਤੁਹਾਡੇ ਵਕਤ ਕਿਸੇ ਵਕਤ ਤੇ ਕੰਮ ਆਣਗੇ। ਬਿਲਕੁਲ ਠੀਕ ਹੈ। ਉਹਨੂੰ ਰੱਖ ਲੈਣੇ। ਉਸ ਤੋਂ ਬਾਅਦ ਸੌਦਾਗਰ ਜਿਹੜਾ ਸੀ ਨਾ, ਉਹਦਾ ਵਕਤ ਆ ਗਿਆ, ਉਹ ਵਫਾਤ ਪਾ ਗਿਆ, ਉਹ ਦੁਨੀਆ ਤੋਂ ਚਲੇ ਗਿਆ। ਠੀਕ ਹੈ। ਉਹ ਜਿਨ੍ਹਾਂ ਦੇ ਕੋਲ ਉਹਨਾਂ ਦਾ ਲੈਣ ਦੇਣ ਸੀ ਸੌਦਾਗਰ ਦਾ, ਉਹ ਸਾਰਾ ਉਹ ਖਤਮ ਕਰ ਗਿਆ ਅਤੇ ਜਿਹੜੀ ਉਹਨਾਂ ਕੋਲ ਕੋਈ ਘਰ ਦੌਲਤ ਹੈ ਸੀ, ਉਹਦੇ ਨਾਲ ਆਪਣਾ ਉਹ ਗੁਜ਼ਰ-ਔਕਾਤ ਕਰਦੇ ਰਹੇ। ਜਿਸ ਲਈ ਉਹ ਵੀ ਖਤਮ ਹੋ ਗਿਆ ਅਤੇ ਤਿੰਨਾਂ ਨੇ ਬੈਠ ਕੇ ਸੋਚਿਆ ਵੀ ਹੁਣ ਕੀ ਕਰੀਏ। ਠੀਕ ਹੈ। ਪੈਸੇ ਮੁੱਕ ਗਏ ਨੇ। ਪੈਸੇ ਮੁੱਕ ਗਏ ਨੇ, ਹੁਣ ਭੁੱਖੇ ਮਰਾਂਗੇ, ਕੀ ਕਰੀਏ। ਸਾਡੇ ਕੋਲ ਹੋਰ ਕੋਈ ਇਸ ਵੇਲੇ ਚੀਜ਼ ਨਹੀਂ ਹੈਗੀ ਸਿਵਾਏ ਜਿਹੜੇ 3 ਲਾਲ ਨੇ ਨਾ, ਸਾਨੂੰ ਜਿਹੜੇ ਅੱਬਾ ਜੀ ਨੇ ਦਿੱਤੇ ਨੇ, ਉਹ ਹੀ ਸਾਡੇ ਕੋਲ ਹੈ। ਅਸੀਂ ਉਹਨਾਂ ਨੂੰ ਕੱਢ ਕੇ ਉਹਨਾਂ ਨੂੰ ਫਰੋਖਤ ਕਰਨੇ ਆ ਅਤੇ ਉਹਦੀ ਗੁਜ਼ਰ ਔਕਾਤ ਕਰਾਂਗੇ। ਜਾ ਕੇ ਦੇਖਿਆ ਜਿੱਥੇ ਉਹਨਾਂ ਰੱਖੇ ਸਨ, ਕਿਸੇ 3 ਭਰਾਵਾਂ ਨੂੰ ਪਤਾ, ਚੌਥੇ ਨੂੰ ਨਹੀਂ ਪਤਾ। ਹਾਂਜੀ। ਜਿੱਥੇ ਉਹਨਾਂ ਰੱਖੇ ਨੇ ਨਾ, ਉੱਥੇ ਜਿਸੇ ਦੇਖਣ ਜਾ ਕੇ 2 ਪਏ ਨੇ, ਤੀਸਰਾ ਨਹੀਂ ਹੈਗਾ। ਤੀਸਰਾ ਗਾਇਬ ਹੈ। ਆਖਿਰਕਾਰ ਉਹਨਾਂ ਨੇ ਤਿੰਨਾਂ ਦਾ ਜਿਸਲੇ ਤਲਖ ਕਲਾਮੀ ਸ਼ੁਰੂ ਹੋਈ ਤਾਂ ਕਹਿਣ ਲੱਗੇ, ਨਹੀਂ ਐਵੇਂ ਨਹੀਂ, ਇਹ ਇਸ ਤਰ੍ਹਾਂ ਨਹੀਂ, ਕਿਸੇ ਕਾਜ਼ੀ ਕੋਲ ਚੱਲਦੇ ਆ, ਜਿਹੜਾ ਸਾਡਾ ਇੱਥੋਂ ਦਾ ਕਾਜ਼ੀ ਹੈ, ਜਿਹੜਾ ਫੈਸਲੇ ਕਰਦਾ ਹੈ ਨਾ, ਉਹਦੇ ਕੋਲ ਚੱਲਦੇ ਹਾਂ। ਅਸੀਂ ਉਹਦੇ ਕੋਲ ਚੱਲ ਕੇ ਆਪਣਾ ਫੈਸਲਾ ਕਰਾਉਂਦੇ ਹਾਂ, ਸਾਨੂੰ ਉਹ ਦੱਸੇਗਾ ਵੀ ਸਾਡਾ ਲਾਲ ਕਿਹਦੇ ਕੋਲ ਹੈ। ਉਹ ਕਾਜ਼ੀ ਵੱਲ ਜਿਸੇ ਟੁਰਦੇ ਨੇ ਨਾ, ਤੇ ਅੱਗੇ ਦੇਖਿਆ ਤੇ ਡਾਚੀ ਲੇਟੀ ਹੈ ਰਸਤੇ ਵਿੱਚ ਡਾਚੀ ਲੇਟੀ ਹੈ। ਇੱਕ ਕਹਿੰਦਾ ਯਾਰ ਡਾਚੀ ਲੇਟੀ ਹੈ, ਦੂਜਾ ਕਹਿੰਦਾ ਯਾਰ ਉਹਦੇ ਉੱਤੇ ਤੇਲ ਲੱਦਿਆ ਹੋਵੇ, ਕਿਉਂਕਿ ਥੋੜ੍ਹਾ ਜਿਹਾ ਤੇਲ ਡੁੱਲਿਆ ਸੀ। ਹਾਂਜੀ। ਦੂਜਾ ਕਹਿੰਦਾ ਉਹਦੇ 'ਤੇ ਯਾਰ, ਉਹ ਕਹਿੰਦਾ ਯਾਰ ਥੋੜ੍ਹਾ ਤੇਲ ਵੀ ਲੱਦਿਆ ਸੀ। ਅੱਗੇ ਜਿਸ ਵੇਲੇ ਗਏ ਨੇ ਤੇ ਉੱਥੇ ਜਾ ਕੇ ਡਾਚੀ ਫਿਰ ਲੇਟੀ ਹੈ ਅਤੇ ਉਹਦੇ ਸਾਰਾ ਜਿਸਮ ਲੱਗਾ ਹੈ ਅਤੇ ਜਿਹੜੀ ਪੁੱਛ ਲੈਣਾ ਉਹ ਨਹੀਂ ਲੱਗੀ। ਉਹ ਦੂਸਰਾ ਬੰਦਾ ਕਹਿੰਦਾ, ਮੁੰਡਾ ਲੜਕਾ ਕਹਿੰਦਾ ਕਿ ਯਾਰ ਡਾਚੀ ਲੇਟੀ ਇੱਥੇ ਅਤੇ ਉਹਦੇ ਉੱਤੇ ਤੇਲ ਲੱਦਿਆ ਅਤੇ ਪੁੱਛ ਲਓ ਲੰਡੀ ਹੈ। ਹਾਂ, ਕਿਉਂਕਿ ਉਹਦਾ ਨਿਸ਼ਾਨ ਨਹੀਂ ਜ਼ਮੀਨ 'ਤੇ ਨਜ਼ਰ ਆ ਰਿਹਾ। ਜ਼ਮੀਨ 'ਤੇ ਨਿਸ਼ਾਨ ਨਹੀਂ ਨਜ਼ਰ ਆ ਰਿਹਾ। ਠੀਕ ਹੈ। ਉੱਥੋਂ ਚੱਲ ਪਏ ਨੇ, ਅੱਗੇ ਇੱਕ ਦਰਖਤ ਵੇਖਿਆ। ਠੀਕ ਹੈ। ਉਹਦਾ ਅੱਧਾ ਹਿੱਸਾ ਚਰਿਆ ਹੋਵੇ, ਅੱਧਾ ਹਿੱਸਾ ਜਿਹੜਾ ਨਾ ਉਹ ਸਹੀ ਸਲਾਮਤ ਹੋਤਾ। ਤੀਸਰਾ ਲੜਕਾ ਕਹਿੰਦਾ ਕਿ ਯਾਰ ਉਹ ਜੀ ਡਾਚੀ ਹੈ ਨਾ, ਉਹਨੇ ਉਹ ਆਖੋ ਕਹਾਣੀ ਹੈ ਕਿ ਉਹਨੇ ਜਿਹੜੇ ਹਿੱਸੇ ਨਜ਼ਰ ਆਉਂਦਾ ਸੀ ਉਹਨੇ ਚਰ ਲਿਆ ਹੋਵੇ, ਦੂਜਾ ਹਿੱਸਾ ਖਲੋਤਾ ਹੋਵੇ ਸਹੀ, ਉਧਰੋਂ ਨਹੀਂ ਉਹਦੇ ਕੋਲ ਚਰਿਆ ਗਿਆ। ਬਿਲਕੁਲ ਠੀਕ ਹੋ ਗਿਆ। 3 ਨਿਸ਼ਾਨੀਆਂ ਬਣ ਗਈਆਂ। ਇੱਕ ਤਾਂ ਉਹਦੀ ਪੁੱਛਲ ਨਹੀਂ ਹੈਗੀ। ਹਾਂਜੀ। ਦੂਸਰਾ ਤੇਲ ਲੱਦਿਆ ਹੋਵੇ। ਹਾਂਜੀ। ਅਤੇ ਤੀਸਰਾ ਇਹ ਕਿ ਉਹ ਦਰਖਤ ਚਰਿਆ ਹੋਵੇ। ਹਾਂਜੀ। ਠੀਕ ਹੈ। ਅੱਖੋਂ ਕਾਣੀ ਹੈ। ਹਾਂਜੀ। ਉਹ ਜਿਸ ਅੱਗੇ ਜਾਂਦੇ ਨੇ ਤੇ ਅੱਗੋਂ ਇੱਕ ਡਾਚੀ ਵਾਲਾ, ਉਹ ਜਿਹਦੀ ਡਾਚੀ ਸੀ ਨਾ, ਉਹ ਡਾਚੀ ਵਾਲਾ ਮਿਲ ਗਿਆ ਉਹਨੂੰ, ਤਾਂ ਉਹਨਾਂ ਨੂੰ ਕਹਿਣ ਲੱਗਾ ਯਾਰ ਮੇਰੀ ਡਾਚੀ ਨਹੀਂ ਵੇਖੀ ਕਿਧਰੇ। ਹਾਂ। ਕਹਿਣ ਲੱਗੇ, ਇੱਕ ਕਹਿੰਦਾ ਉਹਦੇ ਉੱਤੇ ਤੇਲ ਲੱਦਿਆ ਸੀ। ਹਾਂ। ਦੂਜਾ ਕਹਿੰਦਾ ਯਾਰ ਪੁੱਛ ਲਓ ਲੰਡੀ ਸੀ। ਹਾਂਜੀ। ਹਾਂਜੀ ਲੰਡੀ ਸੀ। ਤੀਸਰਾ ਕਹਿੰਦਾ ਉਹ ਆਖੋ ਕਹਾਣੀ ਸੀ। ਹਾਂ ਆਖੋ ਕਹਾਣੀ ਸੀ। ਹਾਂਜੀ। ਉਹਨੇ ਕਿਹਾ ਫਿਰ ਉਹ ਕਿੱਥੇ ਗਈ? ਕਹਿਣ ਲੱਗਾ ਜੀ ਅਸੀਂ ਸਾਨੂੰ ਪਤਾ ਹੀ ਨਹੀਂ ਸੀ, ਵੇਖੀ ਹੀ ਨਹੀਂ। ਉਹਨੇ ਕਿਹਾ ਮੈਂ ਉਹਦੇ ਸਾਰੇ ਨਿਹਾਰ ਤੁਸੀਂ ਦੱਸਦੇ ਜੇ ਪਏ, ਤੇ ਫਿਰ ਤੁਸੀਂ ਕਹਿੰਦੇ ਹੋ ਸਕਦਾ ਕਿ ਤੁਹਾਨੂੰ ਨਾ ਪਤਾ ਹੋਵੇ। ਹਾਂਜੀ। ਉਹਨਾਂ ਕਿਹਾ
ਉਹਨੇ ਤਿੰਨਾਂ ਨੂੰ ਡਾਂਗ ਕੇ ਰੱਖ ਕੇ ਤੇ ਕਾਜ਼ੀ ਕਹਿੰਦਾ ਚਲੋ ਕਾਜ਼ੀ ਕੋਲ ਤੁਹਾਡਾ ਤੁਸੀਂ ਚੋਰੀ ਕੀਤੀ ਹੈ। ਮੇਰੀ ਡਾਚੀ ਦੇ ਚੋਰ ਜੇ ਤੁਸੀਂ। ਹਾਂਜੀ। ਕਾਜ਼ੀ ਕੋਲ ਚਲੇ ਗਏ। ਹੁਣ ਦੋ ਰੋਲੇ ਬਣ ਗਏ ਨੇ, ਹਾਂ। ਇੱਕ ਹੀਰਿਆਂ ਦਾ ਤੇ ਇੱਕ ਡਾਚੀ ਦਾ। ਇੱਕ ਡਾਚੀ ਦਾ ਤੇ ਇੱਕ ਹੀਰਿਆਂ ਦਾ। ਕਾਜ਼ੀ ਦੇ ਕੋਲ ਜਾ ਕੇ ਬੈਠੇ ਤੇ ਕਾਜ਼ੀ ਸਾਹਿਬ ਕਹਿਣ ਲੱਗੇ, ਕਾਜ਼ੀ ਸਾਹਿਬ ਉਹ ਡਾਚੀ ਵਾਲਾ ਕਹਿਣ ਲੱਗਾ ਕਿ ਜੀ ਪਹਿਲੇ ਮੇਰਾ ਫੈਸਲਾ ਕਰ ਦਿਓ, ਇਹਨਾਂ ਦਾ ਕੋਈ ਲੰਮਾ ਹੋਵੇਗਾ, ਮੇਰਾ ਪਹਿਲੇ ਫੈਸਲਾ ਕਰ ਦਿਓ ਕਿ ਇਹ ਜੀ ਮੇਰੀ ਡਾਚੀ ਇਹਨਾਂ ਦੇ ਕੋਲੇ ਸਾਰੇ ਨਿਹਾਰ ਦੱਸਦੇ ਨੇ ਤੇ ਕਹਿੰਦੇ ਨਹੀਂ ਸਾਨੂੰ ਪਤਾ, ਅਸੀਂ ਵੇਖੀ ਨਹੀਂ। ਕਾਜ਼ੀ ਪੁੱਛਣ ਲੱਗਾ ਹਾਂ ਵੀ ਤੁਸੀਂ ਕੀ ਨਿਹਾਰ ਦੱਸਦੇ? ਕਹਿੰਦਾ ਇੱਕ ਨੇ ਕਿਹਾ ਜੀ ਡਾਚੀ ਦੇ ਉੱਤੇ ਤੇਲ ਲੱਦਿਆ ਹੋਵੇ। ਹਾਂਜੀ। ਦੂਜਾ ਕਹਿੰਦਾ ਜੀ ਪੂਛ ਲੋ ਲੰਡੀ ਹੈ। ਹਾਂਜੀ। ਕਿ ਇੱਕ ਜਗ੍ਹਾ ਤੇ ਲੇਟੀ ਹੈ, ਸਾਰਾ ਹਿੱਸਾ ਲੱਗਾ ਹੈ, ਪੂਛਲ ਨਹੀਂ ਲੱਗੀ। ਤੇ ਉਹਨੇ ਦੂਸਰੇ ਨੇ ਕਿਹਾ ਜੀ ਕਿ ਉਹ ਪੂਛ ਲੋ ਲੰਡੀ ਹੈ। ਹਾਂਜੀ। ਅੱਗੇ ਇੱਕ ਦਰਖਤ ਆਉਂਦਾ ਵੇ। ਤੀਸਰੇ ਨੇ ਕਿਹਾ ਹੈ ਕਿ ਉਹ ਅੱਖਾਂ ਤੋਂ ਕਾਣੀ ਹੈ, ਅੱਖ ਤੋਂ ਕਾਣੀ ਹੈ। ਹਾਂਜੀ। ਕਹਿੰਦੇ ਤੈਨੂੰ ਕਿਸ ਤਰ੍ਹਾਂ ਪਤਾ? ਕਹਿੰਦੇ ਜੀ ਉਹਨੇ ਇੱਕ ਹਿੱਸਾ ਚਰਿਆ ਵੇ, ਦੂਜਾ ਇੱਕ ਹਿੱਸਾ ਖਲੋਤਾ ਹੋਵੇ ਤੇ ਇੱਥੋਂ ਮੈਂ ਸਮਝਿਆ ਵੀ ਇਹ ਅੱਖੋਂ ਕਾਣੀ ਹੈ। ਹਾਂਜੀ। ਇਹ ਫੇਰ ਕਿੱਧਰ ਗਈ? ਕਹਿੰਦੇ ਕਿ ਸਾਨੂੰ ਨਹੀਂ ਪਤਾ। ਉਹਨਾਂ ਨੇ ਆਪਣੀ ਅਕਲ ਦੇ ਉੱਤੇ ਉਹਨਾਂ ਆਪਣੀ ਅੰਦਾਜ਼ਾ ਅਕਲ ਦੇ ਲਾਇਆ। ਉੱਤੇ ਦੱਸਿਆ ਵੇ ਤੁਹਾਡਾ ਕਿ ਸਾਹਾ ਡਾਚੀ ਨਹੀਂ ਵੇਖੀ। ਹਾਂਜੀ। ਕਾਜ਼ੀ ਨੇ ਕਿਹਾ ਕਿ ਤੇਰੇ ਚੋਰ ਨਹੀਂ, ਤੇਰੇ ਚੋਰ ਨਹੀਂ, ਤੇਰੇ ਚੋਰ ਨਹੀਂ, ਚੋਰ ਕੋ ਹੋਰ ਲੱਭ। ਉਹਦਾ ਫੈਸਲਾ ਹੋ ਗਿਆ। ਇਹਦਾ ਫੈਸਲਾ ਹੋ ਗਿਆ। ਠੀਕ ਉਹ ਹੈ। ਚਲਾ ਗਿਆ ਉੱਥੋਂ। ਹੂੰ। ਡਾਚੀ ਵਾਲਾ ਚਲਾ ਗਿਆ। ਲੇਕਿਨ ਬਾਅਦ ਇੱਕ ਵਿੱਚ ਚੀਜ਼ ਜ਼ਾਹਿਰ ਹੋ ਗਈ ਕਿ ਤਿੰਨੇ ਭਰਾ ਅਕਲਮੰਦ ਸੀ, ਜ਼ਿਹਨ ਤਿੰਨੇ ਨਾਲ ਭਰਾ ਕੰਮ ਅਕਲਮੰਦ ਕਰਦੇ। ਨੇ। ਕਾਜ਼ੀ ਕਹਿਣ ਲੱਗਾ ਮੁੰਡੇ ਬੜੇ ਸਿਆਣੇ ਨੇ, ਤੇਰੇ ਨਾਲ ਕੋਈ ਫੈਸਲਾ ਆਪਣਾ ਕਰਾਵਾਂ ਮੈਂ ਕੋਈ। ਉਹਨਾਂ ਨੂੰ ਕਹਿਣ ਲੱਗਾ ਤੁਸੀਂ ਰੋਟੀ ਖਾਣੀ ਹੈ? ਇਹ ਜੀ ਰੋਟੀ ਤਾਂ ਅਸੀਂ ਖਾਣੀ ਹੈ। ਕਹਿਣ ਲੱਗੇ ਬੈਠੋ ਮੈਂ ਤੁਹਾਨੂੰ ਰੋਟੀ ਦੇਣਾ ਲਿਆ ਕੇ। ਠੀਕ ਹੈ। ਉਹ ਅੰਦਰ ਗਿਆ, ਰੋਟੀ ਲੈ ਕੇ ਆਇਆ ਵੇ, ਅੰਦਰ ਦਰਵਾਜ਼ੇ ਦੇ ਵਿੱਚੋਂ ਲੰਘ ਕੇ ਗਿਆ ਹੈ, ਅੰਦਰ ਰੋਟੀ ਲਿਆ ਕੇ ਉਹਦੇ ਅੱਗੇ ਰੋਟੀ ਰੱਖੀ ਹੈ। ਉਹ ਖਾਣ ਲੱਗੇ ਨੇ ਜਿਸਲੇ ਤੇ ਕਾਜ਼ੀ ਕਹਿੰਦਾ ਤੁਸੀਂ ਰੋਟੀ ਖਾਓ, ਪਾਣੀ ਲਿਆਉਣਾ। ਉਹ ਪਾਣੀ ਲੈਣ ਚਲਾ ਜਾਂਦਾ, ਦਰਵਾਜ਼ੇ ਖਲੋ ਕੇ ਨਾ ਸੁਣਨ ਲੱਗ ਪੈਂਦਾ ਵੀ ਇਹਨਾਂ ਰੋਟੀ ਦੇ ਵਿੱਚ ਕੋਈ ਨੁਕਸ ਕੱਢ ਦੇਣ ਤੇ ਮੈਂ ਇਹਨਾਂ ਦੀ ਸੁਣਾਗਾ ਵੀ ਨੁਕਸ ਕੀ ਕਰਦੇ ਨੇ। ਇੱਕ ਕਹਿੰਦਾ ਯਾਰ ਮੈਨੂੰ ਇੰਝ ਜਾਪਦਾ ਹੈ ਕਣਕ ਜਿਹੜੀ ਨਾ ਇਹ ਕਿਸੇ ਕਬਰਸਤਾਨ ਦੀ ਹੈ। ਅੱਛਾ, ਕਣਕ ਕਿਸੇ ਕਬਰਸਤਾਨ ਦੀ ਹੈ। ਠੀਕ ਹੈ। ਦੂਜਾ ਕਹਿੰਦਾ ਯਾਰ ਇਹ ਜਿਹੜਾ ਗੋਸ਼ਤ ਹੈ ਨਾ ਮੈਨੂੰ ਇੰਝ ਜਾਪਦਾ ਜਿਵੇਂ ਕੁੱਤੀ ਦਾ ਹੈ। ਅੱਛਾ, ਠੀਕ ਹੈ। ਤੀਜਾ ਕਹਿੰਦਾ ਯਾਰ ਮੈਨੂੰ ਇੰਝ ਜਾਪਦਾ ਜਿਹੜਾ ਕਾਜ਼ੀ ਹਰਾਮਦਾ ਹੈ। ਤੁਹਾਡੀ ਖੈਰ ਹੋ ਜੀ। ਅੱਛਾ। ਕਾਜ਼ੀ ਚਲਾ ਗਿਆ, ਪਾਣੀ ਲੈ ਕੇ ਅੱਗੇ ਰੱਖਿਆ, ਕਹਿਣ ਲੱਗਾ ਵੀ ਗੱਲ ਸੁਣੋ, ਮੇਰੇ ਐਂ ਤੱਕ ਤੁਸੀਂ ਜਾਣਾ ਨਹੀਂ, ਤੁਸੀਂ ਇੱਥੇ ਬਹਿਣਾ। ਮੈਂ ਆਵਾਂਗਾ ਤਾਂ ਇੱਕ ਮੇਰਾ ਫੈਸਲਾ ਤੁਸੀਂ ਉਹ ਕਰਨਾ। ਠੀਕ ਹੈ। ਠੀਕ ਹੈ ਜੀ। ਕਾਜ਼ੀ ਗਿਆ, ਪਹਿਲੇ ਗਿਆ ਉਹ ਕਣਕ ਵਾਲੇ ਕੋਲ, ਕਿਉਂ ਵੀ ਤੂੰ ਜਿਹੜੀ ਮੈਨੂੰ ਕਣਕ ਭੇਜੀ ਉਹ ਕਿੱਥੋਂ ਭੇਜੀ ਸੀ? ਕਹਿੰਦਾ ਜੀ ਸਹੀ ਦੱਸਾਂ ਤਾਂ? ਕਹਿੰਦਾ ਜੀ ਅਸੀਂ ਮੁਹਾਜਰ ਹੋ ਕੇ ਆਏ ਸਾਂ, ਸਾਡੇ ਕੋਲ ਕੋਈ ਜ਼ਮੀਨ ਨਹੀਂ ਸੀ, ਕਬਰਸਤਾਨ ਦਾ ਖੱਤਾ ਵਿਹਲਾ ਪਿਆ ਸੀ, ਅਸੀਂ ਉੱਥੇ ਕਣਕ ਬੀਜੀ ਸੀ, ਉਹਦੇ ਵਿੱਚੋਂ ਤੁਹਾਨੂੰ 2 ਮਣ ਭੇਜ ਦਿੱਤੀ। ਕੀ ਬਾਤ ਹੈ। ਕਹਿਣ ਲੱਗਾ ਠੀਕ ਹੈ। ਓਕੇ ਹੋ ਗਿਆ। ਫਿਰ ਗਿਆ ਗੋਸ਼ਤ ਵਾਲੇ ਕੋਲ, ਗੋਸ਼ਤ ਵਾਲੇ ਨੂੰ ਪੁੱਛਿਆ ਵੀ ਗੋਸ਼ਤ ਕਿੱਥੋਂ ਭੇਜਿਆ ਮੈਨੂੰ? ਕਹਿੰਦਾ ਜੀ ਗੋਸ਼ਤ ਸਹੀ ਦੱਸਾਂ? ਨਹੀਂ ਬਿਲਕੁਲ ਸਹੀ ਦੱਸੋ। ਉਹਨੇ ਕਿਹਾ ਵੀ ਬਾਰਿਸ਼ ਪੈਂਦੀ ਸੀ, ਠੰਡ ਬੜੀ ਸੀ ਤੇ ਉਸ ਦਿਨ ਗੋਸ਼ਤ ਵੀ ਕੋਈ ਨਹੀਂ ਸੀ ਹੈਗਾ, ਕਿਸੇ ਕਸਾਈ ਨੇ ਗੋਸ਼ਤ ਨਹੀਂ ਸੀ ਕੀਤਾ ਤੇ ਮੈਂ ਘਰ ਦੀ ਕੁੱਤੀ ਪਾਲੀ ਸੀ, ਉਹ ਜ਼ਿਬਾ ਕੀਤੀ ਤੇ ਉਹਦਾ ਗੋਸ਼ਤ ਤੁਹਾਨੂੰ ਕਰ ਦਿੱਤਾ। ਠੀਕ ਹੋ ਗਿਆ। ਅੱਛਾ, ਦੂਜੀ ਗੱਲ ਵੀ ਸੱਚ ਹੋ ਗਈ। ਸੱਚ ਹੋ ਗਈ। ਫਿਰ ਚਲਾ ਜਾਂਦਾ ਮਾਂ ਕੋਲ। ਮਾਂ ਨੂੰ ਕਹਿੰਦਾ ਸੱਚ ਦੱਸ ਮੈਂ ਹਰਾਮ ਦਾ ਕਿ ਹਲਾਲ ਦਾ ਵਾਂ? ਕਹਿੰਦੀ ਪੁੱਤਰ ਤੂੰ ਹਲਾਲ ਦਾ। ਕਹਿੰਦਾ ਨਹੀਂ ਮਾਂ, ਜਿਸ ਬੰਦੇ ਦੀਆਂ 2 ਗੱਲਾਂ ਸੱਚੀਆਂ ਹੋਈਆਂ ਨਾ, ਤੀਸਰੀ ਗੱਲ ਵੀ ਸੱਚੀ ਹੈ। ਹਾਂਜੀ। ਤੂੰ ਮੈਨੂੰ ਸਹੀ ਦੱਸ ਮੈਂ ਹਰਾਮ ਦਾ ਕਿ ਹਲਾਲ ਦਾ? ਉਹਨੇ ਕਿਹਾ ਪੁੱਤਰ ਮੈਂ ਸਹੀ ਦੱਸਾਂ? ਉਹਨੇ ਦੱਸ। ਉਹਨੇ ਕਿਹਾ ਤੇਰਾ ਬਾਪ ਜਿਹੜਾ ਨਾ ਉਹ ਕਿਸੇ ਸ਼ਹਿਰ ਦਾ ਬਾਦਸ਼ਾਹ ਸੀ ਤੇ ਉਹਨੇ ਤੇ ਕਿਸੇ ਨੇ ਹਮਲਾ ਕਰ ਦਿੱਤਾ ਸੀ ਤੇ ਬਾਦਸ਼ਾਹੀ ਖੋਹ ਲਈ ਸੀ। ਉਹਨੂੰ ਕੈਦ ਕਰ ਲਿਆ ਸੀ। ਠੀਕ ਹੈ। ਜਿਸ ਵੇਲੇ ਉਹਨੂੰ ਕੈਦ ਕੀਤਾ ਤੇ ਮੇਰੇ ਤੇ ਜਵਾਨੀ ਸੀ ਉਸ ਵਕਤ, ਮੇਰੇ ਕੋਲ ਨਹੀਂ ਰਿਹਾ ਗਿਆ। ਸਾਡੇ ਗੁਆਂਢ ਖੱਤਰੀ ਸੀ, ਮੈਂ ਉਹਦੇ ਨਾਲ ਤਲਕਾਤ ਪੈਦਾ ਕੀਤੇ। ਤੂੰ ਪੈਦਾ ਹੋਇਆ ਤੇ ਉਹਦੇ ਖੱਤਰੀ ਦੇ ਤੁਖਮ ਚ। ਠੀਕ ਹੈ। ਤੂੰ ਖੱਤਰੀ ਦਾ ਤੂੰ। ਤੀਜੀ ਗੱਲ ਵੀ ਪੂਰੀ ਹੋ ਗਈ। ਤੀਜੀ ਗੱਲ ਹੀ ਪੂਰੀ ਹੋ ਗਈ। ਵਾਪਸ ਆ ਜਾ। ਵਾਪਸ ਆ ਕਹਿਣ ਲੱਗਾ, ਸੋਚਿਆ ਉਹਨੇ ਮੁੰਡੇ ਬੜੇ ਸਿਆਣੇ ਨੇ ਤੇ ਮੈਂ ਇਹਨਾਂ ਕੋਲ ਆਪਣਾ ਫੈਸਲਾ ਕਰਾਉਣਾ। ਕਹਿਣ ਲੱਗਾ ਵੀ ਗੱਲ ਸੁਣੋ, ਮੈਂ ਤੁਹਾਡਾ ਫੈਸਲਾ ਕਰਾਂਗਾ ਲੇਕਿਨ ਪਹਿਲੇ ਕਿ ਮੇਰਾ ਫੈਸਲਾ ਹੈ ਉਹ ਕਰ ਦਿਓ। ਠੀਕ ਹੈ। ਉਹਨੇ ਕਿਹਾ ਕੀ? ਉਹਨੇ ਕਿਹਾ ਇੱਕ ਔਰਤ ਹੈ, ਉਹਦਾ ਕਿਸੇ ਨਾਲ ਕੋਈ ਜਰਾਨਾ ਹੈ ਤੇ ਉਹ ਜਿਹਦਾ ਜਰਾਨਾ ਹੈ ਨਾ ਉਸ ਬੰਦੇ ਨੇ ਸੋਚਿਆ ਵੀ ਇਹਦੀ ਕੱਲ੍ਹ ਨੂੰ ਸ਼ਾਦੀ ਹੋ ਗਈ। ਹਾਂਜੀ। ਤੇ ਮੈਂ ਕੀ ਕਰਾਂਗਾ? ਉਹਦੇ ਕੋਲ ਆਇਆ, ਉਹਨੂੰ ਆ ਕੇ ਪੁੱਛਣ ਲੱਗਾ, ਉਹਨੂੰ ਕਹਾਂ ਭੁੱਲੇ ਲੋਕੇ ਵੀ ਤੇਰੀ ਸ਼ਾਦੀ ਹੋ ਗਈ ਤੇ ਮੈਂ ਕੀ ਕਰਾਂਗਾ? ਮੈਂ ਕਿਹਾ ਮੈਨੂੰ ਕੋਈ ਦੱਸ ਰਸਤਾ ਕੋਈ। ਉਹਨੇ ਕਿਹਾ ਜਦੋਂ ਮੇਰੀ ਸ਼ਾਦੀ ਹੋਈ ਨਾ, ਜਦੋਂ ਵੀ ਹੋਈ ਤੇ ਮੈਂ ਪਹਿਲੀ ਰਾਤ
ਉਹਨਾਂ ਕੱਪੜਿਆਂ ਦੇ ਵਿੱਚ ਉਸੇ ਜ਼ੇਵਰ ਦੇ ਵਿੱਚ ਮੈਂ ਤੇਰੇ ਕੋਲ ਆਵਾਂਗੀ, ਦੁਲਹਨ ਬਣ ਕੇ ਤੇਰੇ ਕੋਲ ਆ ਜਾਵਾਂਗੀ। ਦੁਲਹਨ ਬਣ ਕੇ ਮੈਂ ਤੇਰੇ ਕੋਲ ਆਵਾਂਗੀ। ਹੂੰ। ਮੈਂ ਕਿਹਾ ਅੱਛਾ। ਉਹਨੇ ਕਿਹਾ ਇਹ ਕਦੀ ਹੋ ਸਕਦਾ ਵੀ ਕਿ ਜਿਹੜਾ ਤੈਨੂੰ ਲੈ ਕੇ ਆਏਗਾ ਪਹਿਲੀ ਰਾਤ ਡੋਲੀ ਅੱਗੇ ਪਿੱਛੇ ਚਲੋ ਮੰਨ ਲੈਂਦੇ ਆ, ਉਸ ਰਾਤ ਤੈਨੂੰ ਕਿਸ ਤਰ੍ਹਾਂ ਛੱਡੇਗਾ? ਉਹਨੇ ਕਿਹਾ ਕਿ ਤੇਰਾ ਮੇਰਾ ਖੁਦਾ ਜ਼ਾਮਨ ਹੈ, ਮੈਂ ਤੇਰੇ ਕੋਲ ਆਵਾਂਗੀ। ਹਾਂਜੀ। ਮੈਂ ਤੇਰੇ ਨਾਲ ਵਾਅਦਾ ਕਰ ਰਹੀ ਹਾਂ ਕਿ ਤੇਰਾ ਮੇਰਾ ਖੁਦਾ ਜ਼ਾਮਨ ਹੈ, ਮੈਂ ਤੇਰੇ ਕੋਲ ਜ਼ਰੂਰ ਆਵਾਂਗੀ। ਉਹਨੇ ਕਿਹਾ ਠੀਕ ਹੈ, ਵੇਖ ਲੈਂਦੇ ਆ। ਮਤਲਬ ਬੰਦੇ ਨੂੰ ਵਕਤ ਆ ਗਿਆ ਕਿ ਉਹਦੀ ਸ਼ਾਦੀ ਹੋ ਗਈ, ਉਹ ਉਹਦੀ ਬੀਬੀ ਸ਼ਾਦੀ ਹੋ ਗਈ। ਉਸ ਔਰ ਬੰਦੇ ਨੂੰ ਕਹਿਣ ਲੱਗੀ ਕਿ ਮੇਰਾ ਇੱਕ ਯਾਰ ਹੈ, ਮੈਂ ਉਹਦੇ ਨਾਲ ਵਾਅਦਾ ਕੀਤਾ ਹੈ ਔਰ ਉਹਨੂੰ ਖੁਦਾ ਜ਼ਾਮਨ ਦਿੱਤਾ ਹੈ ਠੀਕ ਤੇ ਮੈਂ ਉਹਦੇ ਕੋਲ ਜਾਣਾ ਹੈ ਇਹਨਾਂ ਕੱਪੜਿਆਂ ਦੇ ਵਿੱਚ ਔਰ ਇਸੇ ਜ਼ੇਵਰ ਦੇ ਵਿੱਚ। ਹੂੰ। ਉਹ ਕਹਿਣ ਲੱਗਾ ਮੱਤ ਮਾਰੀ ਤੇਰੀ, ਮੈਂ ਕਿਸ ਤਰ੍ਹਾਂ ਤੈਨੂੰ ਜਾਣ ਦੇਵਾਂਗਾ? ਕਹਿੰਦੇ ਨਹੀਂ, ਮੈਂ ਖੁਦਾ ਜ਼ਾਮਨ ਦੇ ਬੈਠੀ ਹਾਂ ਠੀਕ ਹੈ। ਤੇ ਮੈਂ ਜ਼ਰੂਰ ਜਾਣਾ ਵੇ। ਆਪਣੇ ਬੰਦੇ ਨਾਲ ਗੱਲ ਕੀਤੀ ਕਿ ਮੈਂ ਜਾਣਾ ਵੀ ਜ਼ਰੂਰ ਹੈ, ਖੁਦਾ ਜ਼ਾਮਨ ਦਿੱਤਾ ਵੇ ਤੇ ਅਮਾਨਤ ਮੈਂ ਤੇਰੀ ਹਾਂ। ਬਿਲਕੁਲ ਠੀਕ ਹੈ, ਕੋਈ ਖਿਆਨਤ ਨਹੀਂ ਹੋਏਗੀ। ਕੋਈ ਖਿਆਨਤ ਕੋਈ ਨਹੀਂ, ਤੇਰੀ ਅਮਾਨਤ ਦੀ ਖਿਆਨਤ ਨਹੀਂ ਹੋਏਗੀ। ਹੂੰ। ਚੱਲ ਪੈਂਦੀ ਹੈ। ਰਸਤੇ ਦੇ ਵਿੱਚ ਇੱਕ ਠੱਗ ਖਲੋਤਾ ਹੈ, ਡਾਕੂ। ਕਹਿੰਦਾ ਵਾਹ ਅੱਲਾ, ਅੱਜ ਤੂੰ ਘਰ ਬੁਲਾ ਕੇ ਦਿੱਤਾ ਇਹ ਸਭ ਕੁਝ। ਕਿਆ ਬਾਤ, ਆਪ ਹੀ ਮਾਇਆ ਦੌਲਤ ਆ ਦੌਲਤ ਦੁਨੀਆ ਦੀ। ਉਹਨੂੰ ਕਹਿਣ ਲੱਗਾ ਕਿ ਜ਼ੇਵਰ ਲਾ ਦੇ ਸਾਰਾ। ਉਹ ਕਹਿਣ ਲੱਗੀ ਕਿ ਮੇਰਾ ਯਾਰ ਹੈ, ਮੈਂ ਉਹਦੇ ਕੋਲ ਜਾ ਰਹੀ ਹਾਂ ਤੇ ਉੱਥੇ ਮੈਂ ਖੁਦਾ ਜ਼ਾਮਨ ਦਿੱਤਾ ਹੋਵੇ ਉਹਨੂੰ ਮਿਲਣਾ ਤੇ ਜ਼ਰੂਰੀ ਮੈਂ ਇਹਨਾਂ ਕੱਪੜਿਆਂ ਜਾਣਾ ਤੇ ਮਿਲਣਾ ਵੀ ਜ਼ਰੂਰ ਹੈ। ਜਾਣਾ ਮੈਂ ਇਹਨਾਂ ਕੱਪੜਿਆਂ 'ਚ ਇਸੇ ਜ਼ੇਵਰ 'ਚ ਇਸੇ ਤਰ੍ਹਾਂ ਜਾਣਾ ਮੈਂ ਹੂੰ। ਤੇ ਆ ਵਾਪਸ ਆਵਾਂਗੀ ਤੇ ਮੈਂ ਜ਼ੇਵਰ ਲਾ ਕੇ ਤੈਨੂੰ ਦੇ ਦੇਵਾਂਗੀ। ਠੀਕ ਹੋ ਗਿਆ। ਉੱਥੋਂ ਹੀ ਚਲੀ ਜਾਂਦੀ। ਉਹ ਕਹਿੰਦਾ ਜਾ ਵੇਖ ਲੈਣਾ ਕੀ ਨਜ਼ਾਰਾ ਹੈ। ਜਾਂਦੀ ਹੈ, ਜਾ ਕੇ ਦਰਵਾਜ਼ਾ ਖੜਕਾਇਆ, ਉਹ ਬਾਹਰ ਨਿਕਲਦਾ ਤੇ ਵੇਖ ਕੇ ਹੈਰਾਨ ਹੋ ਗਿਆ। ਕਹਿਣ ਲੱਗਾ ਤੂੰ ਆ ਗਈ ਹੈ? ਮੈਂ ਕਿਹਾ ਤੈਨੂੰ ਖੁਦਾ ਜ਼ਾਮਨ ਦਿੱਤਾ ਹੋਵੇ ਤੇ ਮੈਂ ਆਪਣੀ ਜ਼ਬਾਨ ਤੋਂ ਨਹੀਂ ਫੇਰੀ। ਠੀਕ ਹੈ, ਵਾਅਦਾ ਪੂਰਾ ਕਰਨਾ ਆ ਗਈ ਹਾਂ। ਮੈਂ ਵਾਅਦਾ ਪੂਰਾ ਕਰਨ ਵਾਸਤੇ ਮੈਂ ਆ ਗਈ ਹਾਂ। ਤੇ ਉਹਨੇ ਸੋਚਿਆ, ਕਹਿਣ ਲੱਗਾ ਕਿ ਸਾਡਾ ਅਫਰੀਨ ਉਸ ਬੰਦੇ ਦੇ ਜਿਹਨੇ ਪਹਿਲੀ ਰਾਤ ਡੋਲੀ ਤੋੜ ਦਿੱਤੀ ਇਜਾਜ਼ਤ ਦੇ ਦਿੱਤੀ ਤੇ ਦੂਜੀ ਅਫਰੀਨ ਉਸ ਬੰਦੇ ਦੇ ਜਿਹਨੇ ਬਾਹਰ ਆਇਆ ਛੱਡਿਆ ਵੇ। ਹਾਂਜੀ, ਉਹ ਜਿਹੜਾ ਰਸਤੇ ਵਾਲਾ ਡਾਕੂ ਸੀ। ਰਸਤੇ ਵਾਲਾ ਡਾਕੂ ਉਹਨੇ ਤੇ ਲਾਹਨਤ ਮੇਰੇ ਤੇ ਅਗਰ ਮੈਂ ਇਹਦੇ ਨਾਲ ਕੋਈ ਜ਼ਿਆਦਤੀ ਕਰਾਂ। ਉਹਨੇ ਸਿਰ ਤੇ ਹੱਥ ਰੱਖਿਆ। ਕਹਿਣ ਲੱਗਾ ਅੱਜ ਤੋਂ ਮੇਰੀ ਭੈਣ ਹੈ ਤੇ ਤੂੰ ਜਾ। ਹਾਂਜੀ। ਉਹਨਾਂ ਨੂੰ ਭੈਣ ਬਣਾ ਕੇ ਟੋਰਿਆ। ਜਿਸ ਵੇਲੇ ਵਾਪਸ ਆਈ ਡਾਕੂ ਦੇ ਕੋਲ, ਡਾਕੂ ਨੂੰ ਕਹਿਣ ਲੱਗੀ ਕਿ ਮੈਂ ਕੱਪੜੇ ਆਪਣੇ ਜ਼ੇਵਰ ਲਾ ਦੇਵਾਂ। ਕਹਿੰਦਾ ਤੂੰ ਪਿਛਲਾ ਵਾਕਿਆ ਮੈਨੂੰ ਦੱਸ, ਉਹਨੇ ਤੇਰੇ ਨਾਲ ਕੀ ਸਲੂਕ ਕੀਤਾ? ਉਹਨੇ ਕਿਹਾ ਉਹਨੇ ਮੈਨੂੰ ਭੈਣ ਬਣਾ ਕੇ ਟੋਰਿਆ ਤੇ ਆ ਦੇਖ ਲੈ ਜੋ ਭੈਣਾਂ ਨੂੰ ਦੇਈਦਾ ਉਹਨੇ ਮੈਨੂੰ ਜੋੜਾ ਵੀ ਦਿੱਤਾ, ਪੈਸੇ ਦਿੱਤੇ। ਜਿਵੇਂ ਭੈਣਾਂ ਨੂੰ ਰੁਖਸਤ ਜੋ ਭੈਣਾਂ ਨੂੰ ਰੁਖਸਤ ਕਰੀ ਉਹਨੇ ਉਹਨੇ ਮੈਨੂੰ ਭੈਣ ਬਣਾ ਕੇ ਰੁਖਸਤ ਕਰ ਦਿੱਤਾ। ਕਹਿੰਦਾ ਜੇ ਤੈਨੂੰ ਉਹਨੇ ਭੈਣ ਬਣਾ ਕੇ ਰੁਖਸਤ ਕੀਤਾ ਤੇ ਤੂੰ ਮੇਰੀ ਵੀ ਭੈਣ ਹੈ। ਹਾਂਜੀ। ਕਿਉਂ? ਉਹਨਾਂ ਨੇ ਵੀ ਬੜੀ ਬਹਾਦਰੀ ਕੀਤੀ ਤੇ ਟੋਰਨ ਵਾਲੇ ਵੀ ਤੈਨੂੰ ਬੜੀ ਬਹਾਦਰੀ ਕੀਤੀ ਤੇ ਮੈਂ ਲਾਹਨਤ ਨਹੀਂ ਲੈਣੀ ਤੇ ਤੂੰ ਜਾ, ਅੱਜ ਤੋਂ ਮੇਰੀ ਵੀ ਭੈਣ ਹੈ ਤੂੰ। ਠੀਕ। ਵਾਪਸ ਆਏ ਦੀ ਆਪਣੇ ਖਾਮਨ ਦੇ ਕੋਲ। ਕਹਿਣ ਲੱਗੀ ਕਿ ਮੈਂ ਆ ਗਈ ਹਾਂ, ਤੇਰੀ ਮੈਂ ਅਮਾਨਤ। ਉਹਨੇ ਕਿਹਾ ਸ਼ੁਕਰ ਹੈ। ਠੀਕ ਹੋ ਗਿਆ। ਕਾਜ਼ੀ ਕਹਿਣ ਲੱਗਾ ਕਿ ਦੱਸੋ ਹੁਣ। ਉਹਨਾਂ ਬੱਚਿਆਂ ਨੂੰ ਕਹਿੰਦਾ ਕਿ ਦੱਸੋ ਇਹਦੇ 'ਚ ਬਹਾਦਰੀ ਕਿਹਨੇ ਕੀਤੀ ਹੈ? ਹਾਂਜੀ, ਅਸਲ ਬਹਾਦਰੀ ਕਿਹਦੀ? ਅਸਲ ਬਹਾਦਰੀ ਕਿਹਦੀ ਹੈ? ਉਸ ਡਾਕੂ ਦੀ ਬਹਾਦਰੀ ਹੈ ਜਾਂ ਉਹਦੇ ਯਾਰ ਦੀ ਬਹਾਦਰੀ ਜਾਂ ਉਹਦੇ ਖਾਮਦ ਦੀ ਬਹਾਦਰੀ ਹੈ? ਠੀਕ ਹੈ। ਇੱਕ ਕਹਿੰਦਾ ਜੀ ਉਹ ਜਿਹੜਾ ਉਹਦੇ ਖਾਮਦ ਨੇ ਬੜੀ ਬਹਾਦਰੀ ਕੀਤੀ ਜਿਹਨੇ ਪਹਿਲੀ ਰਾਤ ਤੋੜ ਦਿੱਤਾ। ਦੂਸਰਾ ਕਹਿੰਦਾ ਨਹੀਂ, ਉਹਨੇ ਵੀ ਬਹਾਦਰੀ ਕੀਤੀ ਤਾਂ ਹੈ ਵੇ, ਪਰ ਉਹਦੇ ਯਾਰ ਨੇ ਬੜੀ ਬਹਾਦਰੀ ਕੀਤੀ। ਹਾਂ ਜੀ, ਜਿਹਨੇ ਉਹਦੇ ਕੋਲ ਦੁਲਹਨ ਬਣ ਕੇ ਆਈ ਸੀ, ਉਹਨੇ ਭੈਣ ਬਣਾ ਕੇ ਆਈ ਤਾਂ ਉਹਨੇ ਭੈਣ ਬਣਾ ਕੇ ਤੋੜ ਦਿੱਤਾ। ਹਾਂਜੀ। ਤੇ ਡਾਕੂ ਕਹਿਣ ਲੱਗੇ ਡਾਕੂ ਦਾ ਹੈ ਕਿ ਸਾਰਿਆਂ ਨੇ ਜੋ ਕੁਝ ਵੀ ਕੀਤਾ, ਦੋ ਨੇ ਜੋ ਕੁਝ ਕੀਤਾ ਹੈ ਠੀਕ ਕੀਤਾ। ਅਸਲ ਬਹਾਦਰੀ ਉਹਦੀ ਹੈ ਜਿਹਨੇ ਆਇਆ ਮਾਲ ਛੱਡਿਆ। ਹਾਂਜੀ। ਅਸਲ ਬਹਾਦਰੀ ਡਾਕੂ ਦੀ ਜਿਹਨੇ ਆਇਆ ਮਾਲ ਛੱਡਿਆ ਵੇ, ਨਹੀਂ ਤਾਂ ਕੌਣ ਛੱਡਦਾ? ਹਾਂਜੀ। ਕਾਜ਼ੀ ਕਹਿਣ ਲੱਗਾ ਕਿ ਤੀਸਰਾ ਲਾਲ ਇਹਦੇ ਕੋਲ ਹੈ ਜਿਹਨੇ ਇਹ ਗੱਲ ਕੀਤੀ। ਕਿਉਂਕਿ ਗੱਲ ਸਾਰੀ ਨਜ਼ਰੀਏ ਦੀ, ਉਹਦਾ ਨਜ਼ਰੀਆ ਇਸ ਪਾਸੇ ਦਾ ਸੀ। ਹਾਂਜੀ ਹੈ ਜੀ। ਤੇ ਲਾਲ ਵੀ ਇਹਦੇ ਕੋਲ ਹੈ। ਲਾਲ ਵੀ ਇਹਦੇ ਕੋਲ ਹੈ। ਜਿਸ ਤਰ੍ਹਾਂ ਵੀ ਮੰਨਦਾ ਜੇ, ਛਿੱਤਰਾਂ ਨਾਲ ਬਣਾਓ, ਪਿਆਰ ਨਾਲ ਬਣਾਓ, ਜਿਸ ਤਰ੍ਹਾਂ ਵੀ ਬਣਾਓਗੇ ਇਹ ਮੰਨੇਗਾ। ਉਹਨੂੰ ਪੁੱਛ, ਉੱਥੇ ਬੈਠਾ ਨਾ ਪੁੱਛਿਆ ਦੱਸ, ਉਹਨੇ ਕਿਹਾ ਮੇਰੇ ਕੋਲ ਹੈ, ਮੇਰੇ ਕੋਲ ਗਲਤੀ ਹੋ ਗਈ, ਮੈਨੂੰ ਕੋਈ ਇਨਕਾਰ ਕਰ ਨਹੀਂ ਸਕਦਾ। ਹਾਂਜੀ, ਉੱਥੇ ਇਨਕਾਰ ਨਹੀਂ ਸੀ ਕਰ ਸਕਦਾ ਕਿਉਂਕਿ ਕਾਜ਼ੀ ਦੇ ਸਾਹਮਣੇ ਬੈਠੇ ਸਨ। ਉੱਥੇ ਇਨਕਾਰ ਨਹੀਂ ਸੀ ਕਰ ਸਕਦਾ। ਉੱਥੇ ਉਹ ਬਣ ਗਿਆ, ਕਹਿਣ ਲੱਗਾ ਜੀ ਮੇਰੀ ਗਲਤੀ ਹੈ ਤੇ ਮੈਨੂੰ ਮਾਫ ਕਰ ਦਿਓ। ਫੈਸਲਾ ਹੋ ਗਿਆ। ਫੈਸਲਾ ਹੋ ਗਿਆ ਤੇ ਕਾਜ਼ੀ ਦਾ ਹੀ ਫੈਸਲਾ ਹੋ ਗਿਆ। ਕਾਜ਼ੀ ਦਾ ਹੀ ਫੈਸਲਾ ਹੋ ਗਿਆ ਵੀ ਕਾਜ਼ੀ ਕੌਣ ਸੀ। ਹਾਂਜੀ ਹੈ ਜੀ, ਬਿਲਕੁਲ ਐਵੇਂ ਗੱਲ। ਅਗਰ ਸਮਝਣ ਵਾਲੇ ਵਾਸਤੇ ਜਿਹਨੇ ਨਹੀਂ ਸਮਝਿਆ, ਸੱਜੇ ਕਰਨੋਂ ਸੁਣਨਾ, ਖੱਬੇ ਕਰਨੋਂ ਕੱਢਣਾ, ਉਹ ਕਦੇ ਲੱਗੇ ਬੀਨ ਵਜਾਉਣ ਵਾਲਾ ਹਿਸਾਬ ਹੈ।
ਭੈਂਸ ਦੇ ਅੱਗੇ ਭੈਂਸ ਦੇ ਅੱਗੇ ਬੀਨ ਵਜਾਉਣ ਵਾਲਾ ਮਸਲਾ ਕਹਿੰਦੇ ਨਾ ਕਿ ਵਾਰਿਸ ਸ਼ਾਹ ਦਾ ਬੋਲਣਾ ਭੇਤ ਅੰਦਰ, ਦਾਨਿਸ਼ਮੰਦ ਨੂੰ ਗੌਰ ਜ਼ਰੂਰ ਯਾਰੋ। ਹਾਂਜੀ, ਵਾਰਿਸ ਸ਼ਾਹ ਦਾ ਬੋਲਣਾ ਜਿਹੜਾ ਨਾ ਉਹਦਾ ਦਾਨਿਸ਼ਮੰਦ ਹੀ ਕੋਈ ਗੌਰ ਕਰੇਗਾ, ਦੂਸਰਾ ਨਹੀਂ ਉਹਨੂੰ ਕਰੇਗਾ। ਸਮਝ ਆਏਗੀ, ਦੂਸਰੇ ਨੂੰ ਕੋਈ ਸਮਝ ਨਹੀਂ ਆਏਗੀ, ਉਹਨੇ ਪਤਾ ਖਰੇ ਕਹਾਣੀ ਕਮਲੀਆਂ ਮਾਰਨ ਡਏ ਨੇ। ਉਕੜੀਆਂ ਮਾਰਦਾ, ਲੇਕਿਨ ਨਹੀਂ, ਜਿਹੜਾ ਦਾਨਿਸ਼ਮੰਦ ਹੋਏਗਾ ਉਹਨੂੰ ਉਹ ਉਹਦੇ ਤੇ ਗੌਰ ਕਰੇਗਾ। गौर करने वाले वास्ते जड़ा है ना गौर वो करने वाले वास्ते, सबक है। हाँ बस। जी नाजरीन, गौर करने वाले के लिए सबक है। इस वाक़े के अंदर भी गौर करने वाले के लिए बहुत सारे सबक हैं। ਹਾਂਜੀ। ਦੂਸਰਾ ਕਿ ਜਿਹੜਾ ਕਿਸੇ ਦੀ ਚੋਰੀ ਗੱਲ ਸੁਣਨੀ, वो नस्ली नहीं हैगा। ਉਹ ਹਲਾਲ ਦਾ ਨਹੀਂ ਹੋ ਸਕਦਾ ਇੱਕ, ਲੇਕਿਨ ਠੀਕ ਹੋਏਗਾ, ਲੇਕਿਨ ਉਹਦੇ ਕਿਰਦਾਰ ਜਿਹੜੇ ਨੇ ਨਾ ਉਹਦੇ ਹਰਾਮਦਿਆਂ ਵਾਲੇ ਨੇ। हाँ जी, किरदार उनके बिल्कुल ਕਿਰਦਾਰ ठीक है। ਜਿਹੜੇ ਨਾ ਉਹਦੇ ਹਰਾਮਦਿਆਂ ਵਾਲੇ ਨੇ। ਕਿਉਂ ਕਿ ਜਿਹੜਾ ਆਪਣੇ ਪਿਓ ਦਾ ਤੁਖਮ ਹੋਏਗਾ ਨਾ, ਉਹ ਕਦੀ ਕਿਸੇ ਦੀ ਚੋਰੀ ਗੱਲ ਨਹੀਂ ਸੁਣੇਗਾ। हाँ जी, बिल्कुल ठीक हो गया। ਜੀ जी नाजरीन, बहुत उम्मीद है इंशाल्लाह कि आपको ये जो वाक़या है, ये जो एक दास्तान है, वो आपको बहुत अच्छी लगी होगी और आपको इसके अंदर से जो सबक हैं वो भी आपको मिलेंगे इंशाल्लाह। तो अगले जो है वो वाक़ये, अगली जो वीडियो है उस तब तक के लिए इजाज़त दें। अल्लाह हाफ़िज़।